ਸੁਖੋਂ ਅਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ। ਸੁਖੋਂ ਅਟਲ ਗੁਰ ਸੇਵੀਐ, ਸੁਖ ਦੇਣ ਵਾਲਾ ਅਟਲ ਰਹਿਣ ਵਾਲਾ ਗੁਰੂ ਸੇਵੀਐ। ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ। ਕਹਿੰਦਾ ਉਹਦਾ ਜਨਮ ਮਰਨ ਦੁੱਖ ਚਲਾ ਜਾਏਗਾ। ਸੁਖ ਦੇਣ ਵਾਲਾ ਅਟਲ ਕੌਣ ਸੇਵਣਾ? ਗੁਰੂ। ਇੱਥੇ ਦੁਨੀਆ ਦੇ ਅੰਦਰ ਜਿੰਨੇ ਗੁਰੂ ਹੈ, ਦੇਖੋ ਕਿਹੜਾ ਜਨਮ ਮਰਨ 'ਚ ਕਿਸੇ ਨੇ ਕੱਟ, ਕਿਸੇ ਨੇ ਕੱਟ ਦਿੱਤਾ। ਕਿਸੇ ਨੇ ਵੀ ਕਿਸੇ ਦਾ ਜਨਮ ਮਰਨ ਨਹੀਂ ਕੱਟਿਆ। ਅਤੇ ਜਿਹੜੀ ਮਹਾਂਪੁਰਖਾਂ ਦੀ ਬਾਣੀ ਹੈ ਉਹਦੇ ਅੰਦਰ ਦੇਹ ਵਾਲੇ ਗੁਰੂ ਦਾ ਕਿਤੇ ਜ਼ਿਕਰ ਹੀ ਨਹੀਂ ਆਇਆ। ਇਹ ਆਪਾਂ ਭਗਤ ਰਵਿਦਾਸ ਜੀ, ਉਹ ਮਹਾਂਪੁਰਖ ਜਿਨ੍ਹਾਂ ਦੀ ਆਪਾਂ ਬਾਣੀ ਤੋਂ ਸੇਧ ਲੈਂਦੇ ਹਾਂ, ਪੂਰੇ ਸ਼ਬਦ ਦੇ ਅੰਦਰ ਕਿਤੇ ਵੀ ਦੇਹ ਵਾਲੇ ਗੁਰੂ ਦੀ ਗੱਲ ਨਹੀਂ ਕਰੀ, ਹਰੀ ਦੀ ਗੱਲ ਕੀਤੀ ਹੈ। ਹਰਸਿਓ ਹੀਰਾ ਛੱਡ ਕੇ ਕਰੇ ਆਣ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਖ ਹੈ ਰਵਿਦਾਸ। ਕਹਿੰਦਾ ਹਰੀ ਹੀਰੇ ਨੂੰ ਛੱਡ ਕੇ, ਕਹਿੰਦਾ ਤੂੰ ਹੋਰ ਦੀ ਆਸ ਕਰਦਾ, ਤੂੰ ਹਰ ਜੈਸੇ ਹੀਰੇ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਕਰਦਾ ਵੀ ਤੈਨੂੰ ਫਲਾਣਾ ਗੁਰੂ ਪਾਰ ਲੰਘਾਏਗਾ, ਫਲਾਣਾ ਸੰਤ ਪਾਰ ਲੰਘਾਏਗਾ, ਫਲਾਣਾ ਸਾਧੂ ਪਾਰ ਲੰਘਾਏਗਾ। ਕਹਿੰਦਾ ਨਹੀਂ ਨਹੀਂ, ਤੈਨੂੰ ਕੋਈ ਪਾਰ ਨਹੀਂ ਲੰਘਾਏਗਾ। ਕੌਣ ਲੰਘਾਏਗਾ? ਹਰ ਹੀਰੇ ਨੂੰ, ਹਰੀ ਹੀਰਾ ਫੜਨਾ ਹੈ। ਤੇ ਨਰ ਦੋਜਕ ਜਾਏਂਗੇ ਸੱਚ ਪੱਖ ਹੈ। ਰਵਿਦਾਸ ਕਹਿੰਦਾ ਉਹ ਦੋਜਕ ਜਾਏਂਗੇ ਜਿਹੜੇ ਹਰੀ ਹੀਰੇ ਨੂੰ ਛੱਡਦੇ ਨੇ। ਅਤੇ ਕਿਹਦੀ? ਕਿਸੇ ਹੋਰ ਗੁਰੂਆਂ ਦੀ, ਜਿਹੜੇ ਆਪਣੇ ਆਪ ਨੂੰ ਗੁਰੂ ਬਣ ਕੇ ਬੈਠੇ ਨੇ ਦੇਹ ਵਾਲੇ, ਉਹਨਾਂ ਦੀ ਸੰਗਤ ਕਰੇਗਾ। ਕਹਿੰਦਾ ਨਰਕ ਨੂੰ ਜਾਏਗਾ, ਨਰਕ ਨੂੰ। ਅੱਗੇ ਕਹਿੰਦੇ ਨੇ, ਪ੍ਰਾਣੀ ਬਾਰੇ ਦੱਸਦੇ ਨੇ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਕਹਿੰਦਾ ਜਲ ਕੀ ਜਿਹੜੀ ਦੀਵਾਰ ਹੈ, ਭੀਤ ਭਵਨ ਕਾ ਥੰਬਾ, ਕਹਿੰਦਾ ਰਕਤ ਬੂੰਦ ਕਾ ਗਾਰਾ, ਰਕਤ ਕਹਿੰਦੇ ਖੂਨ ਦਾ ਜਿਹੜਾ ਇਹ ਗਾਰਾ ਬਣਿਆ ਹੋਇਆ। ਜਿਸ ਤਰ੍ਹਾਂ ਪੰਜ ਤੱਤ ਦਾ ਸਰੀਰ ਬਣਿਆ ਨਾ, ਪੰਜ ਤੱਤ ਕੋ ਤਨ ਰਚਿਓ ਜਾਣੋ ਚਤਰ ਸੁਜਾਨ। ਕਹਿੰਦਾ ਪੰਜ ਤੱਤ ਦਾ ਤਨ ਰਚਿਆ, ਇਹਨੂੰ ਚਤਰ ਚਲਾਕ ਬਣਿਆ ਫਿਰਦਾ ਏ। ਹਾਡ ਮਾਸ ਨਾੜੀ ਕੋ ਪਿੰਜਰ, ਹੱਡੀਆਂ ਮਾਸ ਅੰਦਰ ਦੇਖੀਏ ਤਾਂ ਹੱਡ ਮਾਸ ਨਾੜੀਆਂ ਦਾ ਪਿੰਜਰ ਹੈ। ਇਹਦੇ ਵਿੱਚ ਕੌਣ ਵੱਸਦਾ ਹੈ? ਇਹ ਪੰਛੀ ਵੱਸਦਾ, ਪੰਖੀ ਬਸੇ ਵਿਚਾਰਾ। ਪ੍ਰਾਨੀ ਕਿਆ ਤੇਰਾ ਕਿਆ ਮੇਰਾ, ਕਿਆ ਤੇਰਾ ਔਰ ਕਿਆ ਮੇਰਾ, ਜੈਸੇ ਤਰਵਰ ਪੰਖ ਬਸੇਰਾ। ਇੱਥੇ ਰਹਿਣ ਬਸੇਰੇ ਵਾਸਤੇ ਆਏ ਆ। ਦੇਖੋ ਆਪਾਂ ਜਨਮੇ ਆ ਅਤੇ ਮੌਤ ਹੋ ਜਾਏਗੀ, 84 'ਚ ਘੁੰਮ ਜਾਵਾਂਗੇ, ਬਾਰ-ਬਾਰ ਜੰਮਾਂਗੇ ਅਤੇ ਬਾਰ-ਬਾਰ ਮਰਾਂਗੇ। ਅਤੇ ਇਸੀ ਕਰਕੇ ਰਵਿਦਾਸ ਜੀ ਕਹਿੰਦੇ ਨੇ ਹਰਸਿਓ ਹੀਰਾ ਛੱਡ ਗਏ। ਹੁਣ ਤੈਨੂੰ ਇਹ ਇਨਸਾਨ ਜਨਮ ਮਿਲਿਆ, ਮਨੁੱਖ ਦੇਹੀ ਮਿਲੀ ਹੈ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਅਤੇ ਕੀ ਕਰ? ਸਾਧ ਸੰਗਤ ਬਣ ਜਾ ਹੁਣ ਸਾਧੂ, ਸਾਧਨਾ ਕਰਨ ਵਾਲਾ, ਉਸ ਨੂੰ ਅਰਾਧ। ਭਜ ਕੇਵਲ ਨਾਮ, ਉਸ ਨਾਮ ਦੀ ਵੱਲ ਚੱਲ ਜਿਹੜਾ ਨਾਮ ਪ੍ਰਗਟ ਹੈ, ਜਿਸ ਤੋਂ ਤੂੰ ਵਿਸਰ ਗਿਆ। ਵਿਸਰ ਗਈ ਸਭ ਤਾਤ ਪਰਾਈ, ਇਹ ਸਾਰੀ ਤਾਤ ਪਰਾਈ ਵਿਸਰ ਗਈ। ਕੀ ਹੋਇਆ ਫਿਰ? ਜਬ ਤੇ ਸਾਧ ਸੰਗਤ ਮੋਹੇ ਪਾਈ, ਜਦ ਆਪਣੇ ਅੰਦਰ ਸਾਧੂ ਦੀ ਖੋਜ ਕਰ ਲਈ, ਉਸ ਪਦ ਨੂੰ ਪ੍ਰਾਪਤ ਹੋ ਗਿਆ। ਕਹਿੰਦਾ ਫਿਰ ਤਾਤ ਪਰਾਈ ਵਿਸਰ ਗਈ। ਇੱਥੇ ਵੀ ਰਵਿਦਾਸ ਮਹਾਰਾਜ ਕਹਿੰਦੇ ਨੇ ਵੀ ਤੂੰ ਹਰਸਿਓ ਹੀਰਾ ਨਾ ਛੱਡ, ਔਰ ਹੋਰ ਦੀ ਆਸ ਨਾ ਕਰ। ਔਰ ਕੀ?
ਕਰੇ ਆਣ ਕਿਸੇ ਹੋਰ ਕੀ ਦੂਜੇ ਕੀ ਆਸ ਨਾ ਕਰ ਹਰੀ ਨੂੰ ਛੱਡ ਕੇ, ਕਿਉਂਕਿ ਇਹਨਾਂ ਨੇ ਤੈਨੂੰ ਲੁੱਟ ਲੈਣਾ। ਅਸਲੀ ਜੰਮ ਹੀ ਇਹੀ ਹੈ ਨੇ, ਅਸਲੀ ਜੰਮ ਇਹ ਨੇ ਲੁੱਟਣ ਵਾਲੇ। ਇਹ ਜੀਵਨ ਦਾ ਜੀਵਨ ਬੇਕਾਰ ਕਰਨ ਨੂੰ, ਖਤਮ ਕਰਨ ਲਈ ਬੈਠੇ ਨੇ। ਇਹ ਜੀਵਨ ਖਤਮ ਕਰਨ ਵਾਸਤੇ ਆਏ ਹੋਏ ਨੇ। ਇਹਨਾਂ ਨੂੰ ਕਿਹਾ ਕਾਲ ਦੂਤ, ਇਹਨਾਂ ਨੂੰ ਕਿਹਾ ਕਾਲ ਦੇ ਦੂਤ। ਇਹ ਕਾਲ ਦੂਤ ਨੇ ਕਿ ਹਰੀ ਨਾਲ ਨਹੀਂ ਜਾਣ ਦਿੰਦੇ, ਆਪਣੇ ਨਾਲ ਜੋੜ ਕੇ ਰੱਖ ਦੇਣੇ ਨੇ। ਪੰਜ ਤੱਤ ਦੀ ਦੇਹ ਨਾਲ ਜੋੜ ਕੇ ਰੱਖਦੇ ਨੇ। ਆਪਣੇ ਆਪ ਨੂੰ ਕਬੀਰ ਕਹਾਉਂਦੇ ਨੇ। ਕਬੀਰ ਕਹਿੰਦਾ ਮੈਂ ਕਬੀਰ ਪ੍ਰਗਟ ਹੋ ਗਿਆ। ਜਿਹੜੇ ਕਬੀਰ ਆਇਆ ਸੀ ਸੱਚਮੁੱਚ ਉਹਨੇ ਤਾਂ ਕਿਹਾ ਨਹੀਂ ਕਿ ਮੈਂ ਅੱਲਾ ਗੋਡ, ਉਹਨਾਂ ਨੇ ਤਾਂ ਕਿਹਾ ਦਾਸ। ਇਹ ਕਹਿੰਦੇ ਆ ਮੈਂ ਕਬੀਰ ਆ। ਦੋਸਤੋ ਸਾਡੇ ਨਾਲ ਬੜਾ ਤਕੜਾ ਧੋਖਾ ਹੋ ਰਿਹਾ। ਜਦੋਂ ਹੁਣ ਇਹ ਸਾਨੂੰ ਗੱਲ ਸਮਝ ਆ ਗਈ, ਹੁਣ ਉਸ ਮਾਲਕ ਕੇ ਕਿਵੇਂ ਕਿਵੇਂ ਗੁਣ ਗਾਵਾਂ, ਕਿਹੜੇ ਕਿਹੜੇ ਗੁਣ ਗਾਵਾਂ ਮਾਲਕਾ ਤੇਰੇ। ਤੂੰ ਇਹ ਸਮਝਾਤੀ ਨਹੀਂ ਸਹੁ ਵਿਸਰਿਆ ਵੰਜਾਰਾ, ਮੋਲਿਆ ਮਾਇਆ ਮੋਹਣੀ ਨੇ। ਇਸ ਮਾਇਆ ਨੇ ਮੋਲਿਆ ਕੀ? ਇਹ ਠੱਗ ਬੈਠੇ ਨੇ, ਠੱਗ, ਜਿਨ੍ਹਾਂ ਨੂੰ ਕਿਹਾ ਬਨਾਰਸ ਕੇ ਠੱਗ। ਕੋਈ ਤਾਂ ਧਨ ਦੌਲਤ ਲੁੱਟਦਾ, ਇਹ ਜੀਵਨ ਦਾ ਜੀਵਨ ਲੁੱਟਣ ਵਾਸਤੇ ਬੈਠੇ ਨੇ। ਜੀਵਨ ਦਾ ਜੀਵਨ ਲੁੱਟਣ ਵਾਸਤੇ ਬੈਠੇ ਨੇ। ਕਹਿੰਦਾ ਹਾਲੇ ਤਾਂ ਮੈਂ ਤੈਨੂੰ ਹੋਰ ਕੁਝ ਸਿਖਾਉਣਾ ਸੀ, ਹਾਲੇ ਤਾਂ ਮੈਂ ਤੈਨੂੰ ਕੁਛ ਹੋਰ ਦੇਣਾ ਸੀ, ਇਹ ਪਹਿਲਾਂ ਹੀ ਛੱਡ ਗਿਆ। ਇਹਨਾਂ ਨੂੰ ਕਹਿੰਦੇ ਨੇ ਮਹਾਂ ਠੱਗ, ਜਿਹੜੇ ਜੀਵਨ ਘਾਤ ਕਰਦੇ ਨੇ। ਔਰ ਦੇਖੋ ਰਵਿਦਾਸ ਜੀ ਆਪਣੇ ਪਾਵਨ ਬਚਨਾਂ 'ਚ ਕਹਿ ਰਹੇ ਨੇ ਵੀ ਹਰਿ ਹੀਰਾ ਛੱਡ ਕੇ ਹਰੀ ਹੀਰਾ ਨਾ ਛੱਡ। ਕਹਿੰਦਾ ਜੇ ਹੋਰ ਕੀ ਆਸ਼ ਕਰੇਗਾ, ਕਹਿੰਦਾ ਤੂੰ ਨਰਕ ਨੂੰ ਜਾਏਗਾ, ਦੋਜ਼ਖ ਨੂੰ ਜਾਏਗਾ। ਕਹਿੰਦਾ ਮੈਂ ਸੱਤ ਭਾਖ ਰਿਹਾ, ਸੱਚ ਕਹਿ ਰਿਹਾ ਮੈਂ, ਇਹ ਮੇਰੀ ਬਚਨ ਮੰਨ ਲਓ। ਦੇਖ ਉਹ ਮਹਾਂਪੁਰਖ ਪੁਕਾਰ ਕੇ ਕਹਿ ਰਹੇ ਨੇ, ਪਰ ਇਹਨਾਂ ਨੂੰ ਸ਼ਰਮ ਨਾ ਆਈ, ਇਹਨਾਂ ਨੂੰ ਲਾਜ ਨਾ ਆਈ ਜੀਵਨ ਬੇਕਾਰ ਕਰਦਿਆਂ ਨੂੰ। ਇਹਨਾਂ ਨੂੰ ਲਾਜ ਨਹੀਂ ਆਉਂਦੀ। ਦੋਸਤੋ ਮੇਰੀ ਬੇਨਤੀ ਹੈ, ਆਪਣਾ ਛੋਟਾ ਵੀਰ ਸਮਝ ਕੇ, ਇੱਕ ਦਾਸ ਸਮਝ ਕੇ, ਇੱਕ ਨੀਚ ਸਮਝ ਕੇ ਇਹ ਗੱਲ ਸਮਝ ਲਓ ਕਿ ਦੇਹ ਗੁਰੂ ਦੀ ਲੋੜ ਨਹੀਂ ਹੈਗੀ। ਕਿਉਂਕਿ ਮੇਰੇ ਬਹੁਤ ਸਾਰੇ ਮਿੱਤਰ ਜਦ ਇਹ ਆਡੀਓ ਸੁਣ ਰਹੇ ਨੇ ਤੇ ਸਮਝ ਕੇ ਨਾ ਜਦ ਮੇਰੇ ਨਾਲ ਖੜ ਗਏ, ਦੋਸਤੋ ਤਨ ਮਨ ਹਰਾ ਹੋ ਗਿਆ। ਜਦੋਂ ਮੈਂ ਇਹ ਗਿਆਨ ਸਮਝ ਗਿਆ, ਮੈਨੂੰ ਇਸ ਦਾਸ ਨੂੰ ਗਿਆਨ ਸਮਝ ਆਇਆ, ਮੈਂ ਸੋਚਿਆ ਕਿ ਮੈਂ ਇਕੱਲਾ ਇਸ ਦਾ ਕਿਵੇਂ ਮੁਕਾਬਲਾ ਕਰਾਂਗਾ, ਮੈਂ ਕਿਸ ਵਿਧੀ ਨਾਲ ਮੁਕਾਬਲਾ ਕਰੂੰਗਾ, ਕਿਉਂਕਿ ਸਾਰੇ ਮੇਰੇ ਵਿਰੋਧੀ ਹੋ ਜਾਣੇ ਆ। ਪਰ ਇੱਕ ਉਸ ਪਰਵਰਦਿਗਾਰ ਨੇ ਅੰਦਰ ਬੈਠੇ ਗੁਰੂ ਨੇ, ਸਤਪੁਰਸ਼ ਨੇ ਇੱਕ ਹਮਲਾ ਮਾਰਿਆ ਵੀ ਸੱਚ ਦੇ ਤੁਰਨ ਵਾਲੇ ਤਾਂ ਇਕੱਲੇ ਹੀ ਹੁੰਦੇ ਨੇ। ਸੱਚ ਦੇ ਤੁਰਨ ਵਾਲੇ ਇਕੱਲੇ ਹੀ ਹੁੰਦੇ ਨੇ, ਥੋੜ੍ਹੇ ਹੀ ਹੁੰਦੇ ਨੇ। ਪਰ ਹੁਣ ਮੇਰੇ ਬਹੁਤ ਵਧੀਆ ਵਧੀਆ ਮਿੱਤਰ ਸਾਧੂ ਸਿੰਘ ਜੀ ਵਰਗੇ ਤੇ ਕਿਰਨ ਜੀ ਵਰਗੇ ਵੀ ਸਮਝ ਗਏ, ਤੇ ਦੋਸਤੋ ਦਰਸ਼ਨ ਜੀ ਵਰਗੇ ਵੀ ਸਮਝ ਗਏ। ਹੋਰ ਬਹੁਤ ਸਾਰੇ ਜਿਨ੍ਹਾਂ ਨੂੰ ਕਹਿ ਸਕਦਾ ਕਿ ਮੇਰੇ ਇਹਨਾਂ ਮਹਾਂਪੁਰਖਾਂ ਦੇ ਗਿਆਨ ਨੂੰ ਅੱਗੇ ਵਧਾਉਣ ਵਾਸਤੇ ਮੇਰਾ ਵੀਰ ਨਰਿੰਦਰ ਜੀ ਤੇ ਜਿਨ੍ਹਾਂ ਦਾ ਅਸੀਂ ਆਭਾਰ ਨਹੀਂ ਪ੍ਰਗਟ ਕਰ ਸਕਦੇ, ਕਿ ਜਿਹੜੇ ਨਾਲ ਖੜ ਕੇ ਮੋਢੇ ਦੇ ਨਾਲ ਮੋਢਾ ਖੜ ਕੇ ਹੋਰ ਬਹੁਤ ਸਾਰੇ ਮਿੱਤਰ ਹੈ ਜਿਹੜੇ ਇਸ ਗਿਆਨ ਨੂੰ ਨਾਲ ਹੋ ਕੇ ਚੱਲ ਰਹੇ ਨੇ। ਮੈਨੂੰ ਡਰ ਸੀ ਕਿ ਮੈਨੂੰ ਸਾਰੇ ਹੀ ਲੋਕ ਪਾਗਲ ਕਹਿਣਗੇ, ਕਿਉਂ ਗਿਆਨ ਤਾਂ ਸਮਝ ਆ ਗਿਆ ਸੀ ਵੀ ਗਿਆਨ ਤਾਂ ਸਹੀ ਹੈ, ਸੱਚ ਤਾਂ ਇਹੀ ਕਿਹਾ ਇਹਨਾਂ ਮਹਾਂਪੁਰਖਾਂ ਨੇ। ਪਰ ਦੋਸਤੋ ਵਿਰੋਧ ਹੋ ਗਿਆ। ਜਿਹੜੇ ਮੇਰੇ ਨਾਲ ਚੱਲਣ ਵਾਲੇ ਸੀ, ਕਹਿੰਦਾ ਇਹ ਤਾਂ ਗੁਰੂ ਹੀ ਬਦਲਦਾ ਰਹਿੰਦਾ, ਇਹਨੂੰ ਤਾਂ ਕੰਮ ਇਹੀ ਆ। ਦੋਸਤੋ ਹੁਣ ਮੈਨੂੰ ਇਹ ਸਮਝ ਲੱਗ ਗਈ, ਹੁਣ ਮੇਰੇ ਮਾਲਕ ਨੇ, ਹੁਣ ਸਾਹਿਬ ਨੇ ਸਮਝਾਤਾ
कि दे गुरु की कोई जरूरत नहीं। क्यों देखो ये पंक्ति साफ लिखा, हरस्यू हीरा छाड़ का जे करे होर की आस, होर दी आस करदा तू, कहता फिर तो दो जग जाएगा। सच कह रहे रविदास, और महापुरख ठोक के कह रहे ने, ताल ठोक के। फिर अंदर दा दृढ़ता भी आती है। उन्होंने महापुरखों ने संसार का राजे महाराजा का और जोन सा विरोधी समाज सी सारे नाल टक्कर ले ली। किस करके? सच नूं जनता तक पहुँचाउण वास्ते। राखो कंध उसारो नीवा, नीया नीया कहते ने जिहड़ी आपां बुनियाद खोदते हैं। 3.5 हाथ तेरी सीमा, कहता बड़िया बड़िया बिल्डिंगां बना लिया, डूंघियां डूंघियां करके, टहनियां नहीं भी तू तो इत्थे ही रहना, इस संसार ते ही रहना, जाना ही नहीं। अमरता का वरदान लैके आया। फिर कहते ने 3.5 हाथ तेरी सीमा, तेरी सीमा तो कहता 3.5 हाथ है। 3.5 हाथ धरती तेरी, बहुती चाहे जे बहुती चाहे 3.25 हो जे, 3.25 हो जू, इसते ज़्यादा नहीं हो सकती, इसते ज़्यादा पसारा नहीं पसार सकता। बांके बांके बाल पाग सिर डेरी, ए तन होए गो भस्म की ढेरी, ए निशान है बंदे क्यों तू वड्डियां वड्डियां मल्ला मारदा है, वड्डे वड्डे हंकार करदा है। ए तन होए गो भस्म की ढेरी, कहता तेरा तन भस्म की ढेरी हो जाएगी, राख की मुट्ठी बन जाएगी। फिर ये गर्व करता है, ये मान करता है, कहदा कहता उच्चे मंदिर सुंदर नारी, कहता मेरा महल बड़ा उच्चा है ते घर वाली बड़ी सोहनी है। कहता फिर राम नाम बिन बाजी हारी, कहता ये हार चलिया बाजी। सारे ही हंकार है, मेरे इन्ने चेले ने, मेरे इन्ने बड़े बड़े चेले ने, मेरे फलाना थानेदार मेरा चेला बन गया, फलाना बड़ा अफसर मेरी बात समझ गया। नहीं दोस्तों, जिदे वल प्यारा होए, जिदे वल वो परमेश्वर हो जाए, वो कदे नहीं हारदा। जिदे वल वो मालक खुद ही हो जाए, जिदे वल साहिब खुद होए, उन्होंने भला कौन हरा सकता है। कहता फिर राम नाम बिन बाजी हारी, कहता राम नाम ते बगैर बाजी हारी, क्योंकि होरां ते आसरा तक्या होया सी। कौन वड्डा माया वडियाई, कौन वड्डा जिन राम लिव लाई, कहता कौन वड्डा है जग दे अंदर, जिहदे कोल धन दौलत है, बड़े ठाट ने। फिर कहते वो वड्डे नहीं, असल च वड्डा है कौन? जिन राम लिव लाई, जिन्हें नाम दे नाल जोड़ लिया, जिहदे अंदर प्रगट हो गया। उच्चे मंदिर मकान उच्चे बना ले, बड़ी बड़ी 6-6 12 20 50 मंजिले, ते घर विच नारी भी सोहनी सुंदर है। कहता फिर इहदा क्या करेगा? ये तन होएगा भस्म की ढेरी, ये तो भस्म की ढेरी बन जाना है। राम नाम बिंतु कहता बाजी हार चलिया। कहता आया सी वणजारा वणज करने वास्ते, वणज करने वास्ते आया सी, किहदा नाम दा। कहता सोने चांदी का व्यापार तो दुनिया करती है, पर जेड़े संत हो गए ने, कहता वो नाम का वणज करते हैं। इत्थे लगी हुई है होड़ भी चेले बनाने की, भी चेले बन जान, ज़्यादा तो ज़्यादा बाहरले देशों च फॉरन कंट्रियां च जोड़ते फिरदे चेले बन जान। आप डुबे सगले कुल डुबे, आप तो डुब गए, सारे कुलों डुबते फिरदे हैं। जाति मेरी जात कमीनी, पात कमीनी, होछा जन्म हमारा। अगे कहते ने तुम शरनागत राजा रामचंद कह रविदास चमारा। कहता तेरी शरण दे विच आ, किस दे? जेड़ा चौथा राम सबू ते न्यारा, जेड़ा चौथा राम है सबू ते न्यारा। कहता तुम शरनागत हे राजा, सारी सृष्टियां दे राजा, तेरी शरण के अंदर है। वासुदेव जिसका सब के उत्ते वास्ता है, यूँ रविदास जी महाराज कहते ने कि मैं तेरी शरण के अंदर है। सो दोस्तों, मित्रों, भरावो,
ਇਹ ਅਵਸਰ ਫਿਰ ਹੱਥ ਨਹੀਂ ਆਉਣਾ, ਕਿਉਂਕਿ ਇਨਸਾਨ ਜਨਮ 7.5 ਅਰਬ ਸਾਲ ਤੋਂ ਬਾਅਦ ਇਨਸਾਨੀ ਚੋਲਾ ਮਿਲਦਾ ਹੈ। 83,99,999 ਜੋਨੀਆਂ ਦੀ ਸਰਦਾਰ ਜੋਨੀ ਮਨੁੱਖ ਜਨਮ ਹੁਣ ਸਾਨੂੰ ਮਿਲ ਗਿਆ। ਇਹਨੂੰ ਬਿਰਥਾ ਨਾ ਗਵਾਓ। ਨਕਲੀ ਪਖੰਡੀ ਗੁਰੂਆਂ ਨੂੰ ਛੱਡ ਕੇ ਆਓ ਉਹਨਾਂ ਮਹਾਂਪੁਰਸ਼ਾਂ ਤੋਂ ਸੇਧ ਲਈਏ ਜਿਨ੍ਹਾਂ ਨੇ ਕਿਹਾ ਕਿ ਗੁਰੂ ਦੀ ਲੋੜ ਨਹੀਂ। ਕਿਹੜੇ ਗੁਰੂ ਦੀ ਲੋੜ ਹੈ? ਜਿਹੜਾ ਗੁਰੂ ਮੇਰੇ ਅੰਗ ਸਦਾ ਹੈ ਨਾਲੇ, ਮੈਂ ਮੂਰਖ ਜਾਣਿਆ ਦੂਰੀ ਰੇ, ਮੈਂ ਮੂਰਖ ਦੂਰੀ ਜਾਣਿਆ, ਉਹ ਤਾਂ ਮੇਰੇ ਨਾਲ ਹੈ। ਸਤਿਗੁਰੂ ਜਾਗਤ ਹੈ ਦੇਵ, ਤੇ ਸਾਰਾ ਕੁਛ ਹਰ ਮੰਦਰ ਇਹ ਸਰੀਰ ਹੈ। ਇਹ ਹਰੀ ਦਾ ਮੰਦਰ ਹੈ ਸਰੀਰ, ਬਾਹਰ ਵਾਲਾ ਹਰ ਮੰਦਰ ਨਹੀਂ। ਉਹ ਤਾਂ ਇੱਟਾਂ ਪੱਥਰਾਂ ਦਾ ਬਣਿਆ ਹੋਇਆ, ਇਹ ਹਰੀ ਮੰਦਰ ਸਰੀਰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ। ਸੋ ਦੋਸਤੋ ਆਓ ਅੱਗੇ ਵਧੋ, ਵਿਰੋਧ ਨਾ ਕਰੋ, ਸੱਚ ਨੂੰ ਪਹਿਚਾਣੋ। ਔਰ ਸੱਚ ਤਾਂ ਪਰ ਜਾਣੀਆਂ ਜੇ ਹਿਰਦਾ ਸੱਚਾ ਹੋਏ, ਜੇ ਹਿਰਦਾ ਸੱਚਾ ਹੋ ਗਿਆ ਫਿਰ ਆਪਾਂ ਸੱਚੇ ਹਾਂ। ਸੋ ਨਮਸਕਾਰ ਦੋਸਤੋ, ਆਪਾਂ ਜਲਦ ਤੋਂ ਜਲਦ ਇਸ ਗਿਆਨ ਨੂੰ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਝੂਠ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂ ਪਰਮਾਤਮਾ ਪਰਮੇਸ਼ਰ ਜੇ ਚਾਹੇਗਾ ਤਾਂ ਇਹ ਜਲਦ ਹੀ ਕੰਮ ਸ਼ੁਰੂ ਹੋਏਗਾ। ਅਤੇ ਮੇਰੇ ਮਿੱਤਰ ਦੋਸਤ ਨੇ ਜਲਦੀ ਤੋਂ ਜਲਦੀ ਗਿਆਨ ਸੁਣ ਕੇ ਸਮਝ ਕੇ ਹੋੜ ਲੱਗ ਗਈ ਕਿ ਮੈਨੂੰ ਵੀ ਗਰੁੱਪ 'ਚ ਐਡ ਕਰੋ, ਮੈਨੂੰ ਵੀ ਗਰੁੱਪ 'ਚ ਐਡ ਕਰੋ। ਬਹੁਤ ਵਧੀਆ ਗਿਆਨ ਹੈ, ਇਹ ਤਾਂ ਸਾਨੂੰ ਹੁਣ ਪਤਾ ਲੱਗਿਆ। ਦੋਸਤੋ ਦੇਰ ਨਾ ਕਰੋ, ਸੱਚ ਨੂੰ ਸਮਝੋ, ਪਰਖੋ ਅਤੇ ਫਿਰ ਆਓ। ਨਮਸਕਾਰ ਦੋਸਤੋ, ਸਤਿ ਕਰਤਾਰ।